ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਇਸ ਵਕਤ ਅਸੀਂ ਪਿੰਡ ਹੋਟੀਆਂ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਾਬਕਾ ਸਰਪੰਚ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਹਿ ਚੁੱਕੇ ਨੇ ਤੇ ਸਰਦਾਰ ਹਰਪਾਲ ਸਿੰਘ ਜੀ ਸਾਨੂੰ ਸਰਦਾਰ ਅਮਰੀਕ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਇਸ ਵਕਤ ਉਹਨਾਂ ਦੇ ਨਾਲ ਅਸੀਂ ਬੈਠੇ ਹਾਂ ਤੇ ਉਹਨਾਂ ਕੋਲੋਂ ਅਸੀਂ ਉਹ ਸਾਰੇ ਸਵਾਲ ਪੁੱਛਾਂਗੇ ਜਿਹੜਾ ਕਿ ਸਾਡਾ ਇਹ ਸਰਵੇ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਤੇ ਅਸੀਂ ਬਾਕੀ ਵੀ ਸਰਪੰਚਾਂ ਦੇ ਕੋਲੋਂ ਪੁੱਛ ਰਹੇ ਹਾਂ, ਅਸੀਂ ਇਹਨਾਂ ਕੋਲੋਂ ਵੀ ਪੁੱਛਾਂਗੇ ਉਹ ਸਾਰੇ ਸਵਾਲ ਕਿ ਜਿੱਦਾਂ ਕੈਪਟਨ ਸਾਹਿਬ ਜਿੱਤੇ ਸੀ ਜਦੋਂ, ਤੇ ਉਹਨਾਂ ਨੇ ਇਹ ਸਟੇਜ ਦੇ ਉੱਪਰ ਹੀ ਇੱਕ ਐਲਾਨ ਕੀਤਾ ਸੀ ਕਿ ਸਮਾਰਟ ਵਿਲੇਜ ਹੋਣਗੇ, ਸਮਾਰਟ ਸਕੂਲ ਹੋਣਗੇ, ਸਮਾਰਟ ਸਿਟੀਜ਼ ਹੋਣਗੇ ਤੇ ਪਿੰਡ ਹੁਣ ਪਿੰਡਾਂ ਵਰਗੇ ਨਹੀਂ ਰਹਿਣਗੇ, ਉਹਨਾਂ ਨੂੰ ਇੱਕ ਸ਼ਹਿਰ ਬਣਾਇਆ ਜਾਊਗਾ। ਤੇ ਆਪਾਂ ਸਰਦਾਰ ਹਰਪਾਲ ਸਿੰਘ ਜੀ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਪਿੰਡ ਦੇ ਵਿੱਚ ਇਸ ਵਕਤ ਕਾਂਗਰਸ ਦੇ ਸਰਪੰਚ ਨੇ ਤੇ ਕਾਂਗਰਸ ਦੀ ਸਰਕਾਰ ਹੈ ਤੇ ਇਹਨਾਂ ਦਾ ਪਿੰਡ ਵਾਕਿਆ ਹੀ ਇੱਕ ਸਮਾਰਟ ਵਿਲੇਜ ਬਣਿਆ ਹੈ ਤੇ ਕੀ ਇਹ ਵਾਕਿਆ ਇੱਕ ਸ਼ਹਿਰ ਲੱਗਦਾ ਹੈ ਪਿੰਡ ਇਹਨਾਂ ਦਾ। ਤੇ ਆਓ ਹੁਣ ਗੱਲ ਕਰਦੇ ਹਾਂ ਸਰਦਾਰ ਹਰਪਾਲ ਸਿੰਘ ਜੀ ਦੇ ਨਾਲ, ਪਿੰਡ ਹੋਠੀਆਂ ਤੋਂ, ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਜਿਹੜਾ ਪਿੰਡ ਹੈ। ਹਾਂਜੀ ਸਰ, ਤੁਸੀਂ ਸਰ ਆਪਣੇ ਪਾਰਟੀ ਅਹੁਦੇਦਾਰਾਂ ਨੂੰ ਕੁਝ ਕਹਿਣਾ ਚਾਹੋ? ਸਭ ਤੋਂ ਪਹਿਲਾਂ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਉਹਨਾਂ ਦਾ ਧੰਨਵਾਦ ਕਰਦਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਧੰਨਵਾਦ ਕਰਦਾ। ਉਸ ਤੋਂ ਬਾਅਦ ਸਾਡੇ ਹਲਕਾ ਇੰਚਾਰਜ ਸਰਦਾਰ ਰਵਿੰਦਰ ਸਿੰਘ ਬਾਦਲ, ਉਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਜੋ ਬੀਤੇ ਰਹੇ ਮੇਰੇ ਇਲਾਕੇ ਦੇ ਹਾਂਜੀ ਤੇ ਹਰ ਗਵਰਨਮੈਂਟ ਦੇ ਖੁਸ਼ੀ ਦੇ ਆਉਂਦੇ ਨੇ। ਤੇ ਅੱਛਾ ਸਰ, ਆਪਣਾ ਹੁਣ ਤੁਸੀਂ ਮੈਨੂੰ ਦੱਸੋਗੇ ਕਿ ਜਦੋਂ ਤੁਸੀਂ ਸਰਪੰਚ ਬਣੇ ਸੀ ਤੇ ਉਸ ਟਾਈਮ 'ਤੇ ਤੁਹਾਡੀ ਜਿਹੜੀ ਸ਼ਮਸ਼ਾਨ ਘਾਟ ਆ ਉਹਦੀ ਕੰਡੀਸ਼ਨ ਕੀ ਸੀ? ਬਸ ਜਿਉਂ ਦੀ ਤਵੇਂ ਉੱਦਾਂ ਹੀ ਬਣੀ ਹੈ ਜੀ, ਮਾੜੀ ਹਾਲਤ ਹੈ। ਮਾੜੀ ਹਾਲਤ ਹੀ ਬਣੀ ਤੇ ਹਾਲੇ ਵੀ ਉੱਦਾਂ ਹੀ ਹੈ, ਕਿਸੇ ਨੇ ਕਰਵਾਇਆ ਨਹੀਂ ਉਹਦਾ ਕੰਮ? ਕੁਛ ਅਸਲੀ ਘਰ ਸਰ ਸਾਡਾ ਉਹੀ ਹੈ, ਚਾਹੇ ਆਪਾਂ ਪੱਕੇ ਘਰਾਂ 'ਚ ਰਹਿਣਗੇ ਚਾਹੇ ਕੱਚੇ ਘਰਾਂ 'ਚ ਰਹਿਣਗੇ, ਐਂਡ ਜਿਹੜਾ ਸਾਡਾ ਉੱਥੇ ਹੋਣਾ ਸਰ। ਤੇ ਜੇ ਆਪਾਂ ਆਪਣੇ ਅਸਲੀ ਘਰ ਨੂੰ ਨਹੀਂ ਸਵਾਰ ਸਕਦੇ ਤੇ ਆਪਾਂ ਕੁਛ ਨਹੀਂ ਕਰ ਸਕਦੇ। ਅੰਤਿਮ ਸਥਾਨ ਤੇ ਉਹੀ ਹੈ, ਅੰਤਿਮ ਸਥਾਨ ਸਾਡਾ ਉਹੀ ਹੈ ਸਰ। ਤੇ ਅੱਛਾ ਸਰ, ਵਾਟਰ ਸਪਲਾਈ ਦਾ ਕਿੱਦਾਂ ਸਰ ਪਿੰਡ ਦੇ ਵਿੱਚ? ਵਾਟਰ ਸਪਲਾਈ ਨਹੀਂ ਹੈ ਕਿ ਨਹੀਂ ਸਰ? ਉਹ ਸਰ ਮੇਰੇ ਖਿਆਲ ਦੇ ਨਾਲ ਮੈਂ ਸਰ ਇਹ ਮੇਰੇ ਖਿਆਲ 15ਵਾਂ ਕਿ 16ਵਾਂ ਪਿੰਡ ਹੈ ਕਿ ਜਿਹੜਾ ਸੁਣ ਰਿਹਾ ਕਿ ਵਾਟਰ ਸਪਲਾਈ ਪਿੰਡ ਦੇ ਵਿੱਚ ਹੈ ਹੀ ਨਹੀਂ। ਤੇ ਇੱਕ ਬੰਨਿਓ ਸਰ ਕਾਂਗਰਸ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਬਿਆਨ ਆ ਰਹੇ ਨੇ ਕਿ ਹਰ ਘਰ ਦੇ ਵਿੱਚ ਕਨੈਕਸ਼ਨ ਜਿਹੜੇ ਨੇ ਹੋਣੇ ਬਹੁਤ ਲਾਜ਼ਮੀ ਨੇ। ਤੇ ਜੇਕਰ ਮੰਨ ਲਓ ਪਿੰਡ ਦੇ ਵਿੱਚ ਕੋਈ ਹੈ ਨਹੀਂ ਆ, ਕੋਈ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਹੀ ਨਹੀਂ ਆ, ਤੇ ਘਰਾਂ ਦੇ ਵਿੱਚ ਕਨੈਕਸ਼ਨ ਕਿੱਥੋਂ ਲੱਗ ਜਾਣਗੇ? ਤੇ ਇਹਨਾਂ ਨੂੰ ਇਹ ਸਰਵੇ ਕਰਨਾ ਚਾਹੀਦਾ ਹੈ ਜਾਂ ਪਹਿਲਾਂ, ਜਾਂ ਆਪਣੇ ਸਾਰੇ ਜਿੰਨੇ ਵੀ ਇਹਨਾਂ ਦੇ ਟਿਊਬਵੈੱਲ ਲੱਗੇ ਨੇ ਉਹਨਾਂ ਸਾਰਿਆਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਤੁਹਾਡੇ ਪਿੰਡ 'ਚ ਕਨੈਕਸ਼ਨ ਲੱਗੇ ਨੇ, ਤੇ ਫਿਰ ਇਹੋ ਜਿਹਾ ਬਿਆਨ ਦੇਣਾ ਚਾਹੀਦਾ ਹੈ। ਸਰਵੇ ਤੇ ਬੜੀਆਂ ਟੀਮਾਂ ਕਰ ਹੁੰਦੀਆਂ ਨੇ ਤੇ ਕਰਕੇ ਤੁਰ ਜਾਂਦੀਆਂ, ਪਰ ਮੁੜ ਕੇ ਕੁਝ ਨਹੀਂ ਹੁੰਦਾ, ਕੋਈ ਨਹੀਂ ਆਉਂਦਾ। ਮੇਰੇ ਵਾਰੀ ਵੀ ਬੜੇ ਆਏ ਸੀ ਸੈਨੀਟੇਸ਼ਨ ਵਿਭਾਗ ਬਹੁਤ ਆਏ ਸੀ, ਪਰ ਸਰਵੇ ਕਰਕੇ ਚੱਲ ਗਏ, ਬਾਅਦ 'ਚ ਨਹੀਂ ਕੋਈ। ਹਾਂ ਹੁਣ ਵੀ 2-3 ਟੀਮਾਂ ਮੇਰੇ ਖਿਆਲ ਹੋ ਗਈਆਂ ਨੇ ਕੋਈ। ਅੱਛਾ, ਪਰ ਨਹੀਂ ਕੋਈ ਵਾਪਸ ਨਹੀਂ ਉਹੀ ਨਾ ਸਰ ਮਤਲਬ ਕਹਿਣ ਦਾ ਕਿ ਅਥਰੂ ਪੂੰਝ ਕੇ ਤੇ ਉਹ ਚਲੇ ਜਾਂਦੇ ਨੇ ਵਾਪਸ। ਤੇ ਉਹ ਫਿਰ ਜਿੰਨਾ ਚਿਰ ਬੰਦਾ ਰੋਂਦਾ ਰਹਿੰਦਾ ਉਹ ਫੇਰ ਆਉਂਦੇ ਨੇ ਤੇ ਫੇਰ ਪੂੰਝ ਕੇ ਫੇਰ ਚਲੇ ਜਾਂਦੇ ਨੇ। ਇਹ ਉਹ ਗੱਲ ਹੈ ਨਾ। ਤੇ ਅੱਛਾ ਸਰ, ਗੰਦੇ ਪਾਣੀ ਦੇ ਨਿਕਾਸ ਦਾ ਕਿੱਦਾਂ? ਗੰਦੇ ਪਾਣੀ ਦਾ ਨਿਕਾਸ ਜਿਹੜਾ ਵਾ ਮੈਂ ਸੀਵਰੇਜ ਸਾਰੇ ਪਿੰਡ ਤੋਂ ਪਵਾ ਦਿੱਤਾ, ਅੰਡਰਗਰਾਊਂਡ ਪਾਈਪਲਾਈਨ ਸਾਰੀ ਪਈ ਹੋਈ ਹੈ। ਅੱਛਾ ਜੀ। ਤੇ ਪਾਣੀ ਸਿੱਧਾ ਛੱਪੜ ਦੇ ਵਿੱਚ ਜਾਂਦਾ। ਛੱਪੜ ਦੇ ਵਿੱਚ ਜਾਂਦਾ? ਤੇ ਛੱਪੜ ਦਾ ਨਿਕਾਸ ਆ? ਛੱਪੜ ਦਾ ਨਿਕਾਸ ਕਾਫੀ ਖੁੱਲ੍ਹਾ ਵਾ, ਛੱਪੜ ਭਰਿਆ ਨਹੀਂ ਕਦੀ, ਉਹ ਭਰਦਾ ਹੀ ਨਹੀਂ। ਜੇ ਕਿੰਨੀ ਵੀ ਬਰਸਾਤ ਆ ਜਾਏ ਉਹ ਬਸ ਓਵਰਫਲੋ ਨਹੀਂ ਹੁੰਦਾ। ਠੀਕ। ਤੇ ਅੱਛਾ ਸਰ, ਆਪਣੇ ਸਟਰੀਟ ਲਾਈਟਾਂ ਲੱਗੀਆਂ ਨੇ ਪਿੰਡ ਦੇ ਵਿੱਚ? ਹਾਂਜੀ, ਹੁਣ ਲੱਗੀਆਂ ਕੁਝ ਲੱਗੀਆਂ ਨੇ, ਕੁਝ ਤੁਹਾਡੇ ਟਾਈਮ 'ਤੇ ਲੱਗੀਆਂ ਸੀ ਤੇ ਨਹੀਂ, ਸਾਡੇ ਟਾਈਮ 'ਤੇ ਨਹੀਂ ਹੈ ਜੀ ਕੋਈ ਸਕੀਮ ਆਈ। ਅੱਛਾ, ਤੁਹਾਡੇ ਟਾਈਮ 'ਤੇ ਨਹੀਂ ਸੀ ਆਈ? ਸਰਵਾ ਹੁੰਦਾ ਹੀ ਬਾਅਦ 'ਚ ਹੋਇਆ ਜਦੋਂ ਸਾਡਾ ਟਾਈਮ ਬਣ ਗਿਆ, ਬਾਅਦ 'ਚ ਸਰਵੇ ਬਾਅਦ 'ਚ ਲੱਗਿਆ। ਤੇ ਸਰ, ਆਪਣੇ ਪਿੰਡ ਦੇ ਵਿੱਚ ਕੋਈ ਜੰਝ ਘਰ, ਧਰਮਸ਼ਾਲਾ ਜਾਂ ਪੰਚਾਇਤ ਘਰ ਹੋਵੇ? ਪੰਚਾਇਤ ਘਰ ਹੈਗਾ। ਪੰਚਾਇਤ ਘਰ ਹੈਗਾ, ਤੇ ਉਹਦੀ ਕੰਡੀਸ਼ਨ ਕਿੱਦਾਂ ਦੀ ਹੈ? ਠੀਕ ਹੈ। ਆਪਾਂ ਮਤਲਬ ਕਿ ਜਿੱਦਾਂ ਬੈਠ ਕੇ ਮੀਟਿੰਗ ਪੰਚਾਇਤ ਦੀ ਉੱਥੇ ਕਰ ਸਕਦੇ ਹਾਂ? ਨਹੀਂ, ਅਸਲ ਦੇ ਵਿੱਚ ਪੰਚਾਇਤ ਘਰ ਜਿਹੜਾ ਨਾ ਸਾਡਾ, ਉਹ ਹੀ ਉਹਨੂੰ ਵਧੀਆ ਚਲੋ ਠੀਕ ਠਾਕ ਕਰਵਾਇਆ ਸੀ, ਨੰਬਰ ਕਰਵਾ ਕੇ ਮੈਂ ਆਪਣੇ ਜਾ ਕੇ
ਪਰ ਲੇਕਿਨ ਉੱਥੇ ਉਹ ਜਿਹੜਾ ਵਾ ਆਂਗਣਵਾੜੀ ਸੈਂਟਰ ਉਹਨਾਂ ਨੇ ਬਣਾ ਦਿੱਤਾ। ਅੱਛਾ, ਉੱਥੇ ਆਂਗਣਵਾੜੀ ਸੈਂਟਰ, ਉਹ ਆਂਗਣਵਾੜੀ ਸੈਂਟਰ ਨੂੰ ਬਿਲਡਿੰਗ ਦੇ ਦਿੱਤੀ। ਬਿਲਡਿੰਗ ਦੇਤੀ ਆ ਮਤਲਬ ਕਹਿ ਲਓ ਚਾਹੇ ਅਜੇ ਕੋਈ ਹਾਂ ਪਰ ਉੱਥੇ ਕੋਈ ਮੀਟਿੰਗ ਨਹੀਂ ਹੋਈ। ਮੀਟਿੰਗ ਨਹੀਂ ਸਰ, ਪੰਚਾਇਤ ਘਰ ਜ਼ਰੂਰੀ ਹੈ ਪਿੰਡ ਦੇ ਵਿੱਚ। ਜ਼ਰੂਰੀ ਹੈ ਜੀ, ਕੋਈ ਮੀਟਿੰਗ ਕਰਨੀ ਆ ਉਹ ਘਰਾਂ 'ਚ ਹੁੰਦੀ ਨਹੀਂ, ਘਰਾਂ 'ਚ ਹੁੰਦੀ ਨਹੀਂ। ਉਹ ਤਾਂ ਪਿੰਡਾਂ ਦੇ ਘਰ ਕਈਆਂ ਦਾ ਗਿਲਾ ਸ਼ਿਕਵਾ ਕੀ ਨਾ ਹੁੰਦਾ, ਉਹ ਨਹੀਂ ਜਾਂਦਾ ਜਾਂ ਉਹਦਾ ਗਿਲਾ ਸ਼ਿਕਵਾ ਉਹਦੇ ਨਾਲ, ਇਸ ਕਰਕੇ ਪੰਚਾਇਤ ਸਾਡੀ ਸਾਂਝਾ ਹੁੰਦਾ ਸਾਡੀ ਤੇ ਉੱਥੇ ਸਾਰੇ ਜਾ ਸਕਦੇ ਆ। ਇੱਕ ਸਭ ਤੋਂ ਵੱਡੀ ਗੱਲ ਕਿ ਪਿੰਡ ਵਾਸੀ ਕੋਈ ਵੀ ਆਣ ਕੇ ਆਪਣੀ ਦੁੱਖ ਤਕਲੀਫ ਦੱਸ ਸਕਦਾ, ਸਭ ਤੋਂ ਵੱਡੀ ਗੱਲ ਹੈ। ਤੇ ਅੱਛਾ ਸਰ, ਹੋਰ ਤੁਹਾਡੇ ਟਾਈਮ ਤੇ ਫਲੈਸ਼ਾਂ ਦੀ ਸਕੀਮ ਜਿਹੜੀ ਹੈ ਉਹ ਆਈ ਸੀ ਤੇ ਕਿੰਨੀਆਂ ਸਰ ਫਲੈਸ਼ਾਂ ਬਣਵਾਈਆਂ ਤੁਸੀਂ? ਇਹ ਟੋਟਲ ਕੋਈ 17 ਕੁਛ ਹੈ ਜਿਨ੍ਹਾਂ ਦੇ ਘਰ ਵਿੱਚ ਨਹੀਂ ਹੈ। ਅੱਛਾ ਜੀ। ਉਹ ਮੈਂ ਸਾਰੀਆਂ ਆਪ ਪਹਿਲੋਂ ਆਪ ਮੈਂ ਕੋਲੋਂ ਪੈਸੇ ਲਾ ਕੇ ਤੇ ਬਾਅਦ ਵਿੱਚ ਫਿਰ ਮੈਂ ਉਹਨਾਂ ਨੂੰ ਮੈਨੂੰ ਦੇ ਦਿੱਤਾ। ਅੱਛਾ, ਪਹਿਲਾਂ ਤੁਸੀਂ ਕੋਲੋਂ ਲਾਏ ਜੀ? ਹਾਂਜੀ, ਮੈਂ ਕੋਲੋਂ ਸਾਰਿਆਂ ਫਲੈਸ਼ਾਂ ਬਣਾ ਕੇ ਦਿੱਤੀਆਂ, ਵਧੀਆ ਫਲੈਸ਼ਾਂ ਬਣਾ ਕੇ ਦਿੱਤੀਆਂ, ਦਸਤਖਤ ਕਰਵਾ ਕੇ ਗੇਟ ਵਧੀਆ ਲਵਾ ਕੇ। ਤੇ ਇਹ ਨਹੀਂ ਕਿ ਕੋਈ ਕੰਮ ਚਲਾਓ ਕੀਤਾ, ਬਹੁਤ ਸੋਹਣੀ ਫਲੈਸ਼ਾਂ ਬਣਾ ਦਿੱਤੀਆਂ। ਇਹਨਾਂ ਨੇ ਤਾਂ ਸਰ ਲੈਂਟਰ ਵੀ ਰਹਿ ਗਏ, ਲੈਂਟਰ ਨਹੀਂ ਸੀ ਪਏ, ਚਾਰ ਦੀਵਾਰੀਆਂ ਤੇ ਮੇਰੇ ਖਿਆਲ ਨਾਲ ਦਰਵਾਜ਼ੇ ਵੀ ਨਹੀਂ ਸੀ ਲੱਗੇ ਤੇ ਉੱਦਾਂ ਹੀ ਪਰਦੇ ਵਿਚਾਰਿਆਂ ਲਾ ਕੇ ਲੋਕਾਂ ਨੇ ਦੇ ਰੱਖੀਆਂ ਸੀ। ਤੇ ਅੱਛਾ ਸਰ, ਤਾਂ ਆਪਣੇ ਇੱਥੇ ਪਿੰਡ ਦੇ ਵਿੱਚ ਕੋਈ ਕੱਚੇ ਕੋਠਿਆਂ ਦੇ ਪੈਸੇ ਆਏ ਹੋਣ ਮਕਾਨਾਂ ਦੇ? ਮਕਾਨ ਕੱਚੇ ਮੇਰੇ ਖਿਆਲ ਨਾਲ ਕਿ ਇੱਕ ਅੱਧਾ ਹੀ ਹੋ ਜਾਊਗਾ ਕਿ ਮੇਰੇ ਕੋਲ ਤਕਰੀਬਨ ਲੈਂਟਰ ਸਾਰਿਆਂ ਦੇ ਕੋਲ ਹਾਂ, ਪੈ ਗਏ ਲੈਂਟਰ ਦੇ ਪੈਸੇ। ਅੱਜ ਕੱਲ੍ਹ ਕੋਈ ਹੈ ਹੀ ਹੈ ਹੀ ਨਹੀਂ ਮੇਰੇ ਕੋਲ। ਤੇ ਮਤਲਬ ਕੋਈ ਨਹੀਂ ਸੀ ਹੈਗਾ ਇਹ ਜਿਹਾ। ਨਹੀਂ ਠੀਕ ਹੈ। ਤੇ ਸਰ, ਆਪਣੇ ਕੋਈ ਪਿੰਡ ਦੇ ਵਿੱਚ ਸਕੂਲ ਕਿੰਨੇ ਨੇ? ਸਕੂਲ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਹੈਗੀ ਆ, ਅੱਛਾ ਜੀ। ਲੇਕਿਨ ਬੱਚਾ ਨਹੀਂ ਇੱਥੇ ਹੈਗਾ। ਕਿਉਂ? ਨਹੀਂ, ਬੱਚੇ ਸਾਰੇ ਲੋਕਾਂ ਨੇ ਪ੍ਰਾਈਵੇਟ ਪਾਏ ਨੇ, ਪ੍ਰਾਈਵੇਟ ਸਕੂਲਾਂ 'ਚ ਪਾਏ ਨੇ। ਤੇ ਨਾ ਕਿ ਟੀਚਰ ਇੱਥੇ ਕੋਈ ਟੀਚਰ ਹੋਵੇ ਤੇ ਬੱਚਾ ਵੀ ਹੋਵੇ। ਬੱਚਾ ਵੀ ਹੋਵੇ। ਅੱਛਾ, ਟੀਚਰ ਵੀ ਨਹੀਂ ਹੈ ਤੇ ਬੱਚੇ ਵੀ ਨਹੀਂ ਹੈ। ਇਹ ਖੁੱਲ੍ਹਦਾ ਹੋਣਾ ਫਿਰ ਇਲੈਕਸ਼ਨ ਦੇ ਟਾਈਮ ਤੇ? ਬਸ ਜੀ ਇਲੈਕਸ਼ਨ ਦੇ ਟਾਈਮ ਇਲੈਕਸ਼ਨ ਦੇ ਟਾਈਮ ਤੇ ਖੁੱਲ੍ਹਦਾ ਹੋਣਾ, ਉਦੋਂ ਬੰਦ ਹੋ ਜਾਂਦਾ। ਬਸ ਇਲੈਕਸ਼ਨ ਕਰਵਾ ਕੇ ਤੇ ਬਸ ਬੰਦ ਹੋ ਜਾਂਦਾ। ਠੀਕ ਹੈ। ਤੇ ਇਹ ਆਪਣੇ ਸਰ ਆਪਣਾ ਹੈਗਾ ਉਹ ਡਿਸਪੈਂਸਰੀ ਵਗੈਰਾ ਹੈਗੀ ਆਪਣੇ ਪਿੰਡ? ਕੋਈ ਡਿਸਕਸ ਨਹੀਂ। ਤੇ ਆਪਣੇ ਲਾਗੇ ਬੰਨੇ ਕਿਤੇ? ਇਹ ਤਾੜਾ ਘੜਿਆ ਜੀ ਸਾਡੇ ਇੱਥੇ ਸਾਰਾ। ਤੇ ਕਿੰਨੀ ਕੁ ਉਹਦਾ ਪਿੰਡ ਦੇ ਵਿੱਚ ਜ਼ਰੂਰ ਹੈਗੀ ਸਰ ਡਿਸਪੈਂਸਰੀ? ਡਿਸਪੈਂਸਰੀ ਉਹਦਾ ਵੀ ਕੋਈ ਚੀਜ਼ਾਂ ਵੀ ਬੰਦੀ ਕਰਕੇ ਜਾਂ ਡਿਸਪੈਂਸਰੀਆਂ ਕਿੰਨੀ ਕੁ ਹੋ ਗਿਆ ਪਿੰਡ ਦੀ ਪੋਪੂਲੇਸ਼ਨ ਕਿੰਨੀ ਹੈ ਉਸ ਹਿਸਾਬ ਨਾਲ ਡਿਸਪੈਂਸਰੀ ਖੁੱਲ੍ਹਦੀ ਹੈ ਜਾਂ ਨਹੀਂ ਸਰ। ਤੇ ਹਰ ਪਿੰਡ ਦੇ ਵਿੱਚ ਫਿਰ ਹੋਣੀ ਤਾਂ ਲਾਜ਼ਮੀ ਚਾਹੀਦੀ ਹੈ। ਕਿੰਨੇ ਜਿੰਨੇ ਕੋਈ 400-500 ਦੀ ਹੁੰਦੇ ਇਹ ਹੁੰਦੀ ਆ ਕਿ ਐਮਰਜੈਂਸੀ ਵਾਲਾ, ਐਮਰਜੈਂਸੀ ਚਾਹੀਦੀ ਤੇ ਜ਼ਰੂਰ ਹੈ।
ਤੇ ਉਹ ਖੇਡਣਗੇ ਕਿੱਥੇ? ਉਹਨਾਂ ਵਿਹਲੇ ਹੀ ਫਿਰਨਾ ਗਲੀਆਂ ਦੇ ਵਿੱਚ, ਤੇ ਉਹਦੇ ਨਾਲ ਉਹਨਾਂ ਦੇ ਨਸ਼ੇ ਵਧਣੇ। ਹਾਂਜੀ ਤੇ ਇਸ ਕਰਕੇ ਗਰਾਊਂਡ ਹੋਣੀ ਵਾਕਿਆ ਹੀ ਬਹੁਤ ਜ਼ਰੂਰੀ ਆ, ਤੇ ਸਭ ਤੋਂ- ਪਾਰਕ ਹੋਣੀ ਵੀ ਬਹੁਤ ਜ਼ਰੂਰੀ ਆ ਜਿੱਥੇ ਬੀਬੀਆਂ ਸੈਰ ਕਰ ਸਕਣ। ਹਾਂਜੀ ਅਸੀਂ ਕਈ ਵਾਰੀ ਸਰ ਦੇਖਿਆ ਹੈ ਕਿ ਬੀਬੀਆਂ ਵੀ ਤੇ ਨੌਜਵਾਨ ਮੁੰਡੇ ਤੇ ਸੜਕਾਂ ਤੇ ਭੱਜੇ ਜਾਣ ਡਏ ਹੁੰਦੇ ਆ, ਤੇ ਬੀਬੀਆਂ ਸੈਰ ਕਰਨ ਡੀਆਂ ਹੁੰਦੀਆਂ। ਉਹ ਸਰ ਇੰਨੀ ਖਤਰੇ ਵਾਲੀ ਗੱਲ ਆ ਹਾਂਜੀ ਕਿ ਪ੍ਰਮਾਤਮਾ ਨਾ ਕਰੇ ਕਿ ਪਿੱਛੋਂ ਕੋਈ ਗੱਡੀ ਆ ਰਹੀ ਹੈ, ਕੋਈ ਵੀ ਹਾਦਸਾ ਹੋ ਸਕਦਾ, ਕੋਈ ਦੁਰਘਟਨਾ ਹੋ ਸਕਦੀ, ਮਾੜੀ ਦੁਰਘਟਨਾ ਹੋ ਸਕਦੀ ਕੋਈ। ਇਸ ਕਰਕੇ ਪਿੰਡ ਵਿੱਚ ਗਰਾਊਂਡ ਤੇ ਜ਼ਰੂਰੀ ਹੋਣੀ ਚਾਹੀਦੀ ਜੀ ਕਿ ਜਿੱਥੇ ਆਪਾਂ ਸੈਰ ਕਰ ਸਕੀਏ, ਤੇ ਇੱਕ ਗਰਾਊਂਡ ਜ਼ਰੂਰੀ ਹੋਣੀ ਚਾਹੀਦੀ ਜਿੱਥੇ ਬੱਚੇ ਖੇਡ ਸਕਣ, ਨੌਜਵਾਨ। ਤੇ ਇਹਦੀ ਸਰ ਤੁਸੀਂ ਸਰਪੰਚ ਹੁਣ ਜਦੋਂ ਬਣੋਗੇ ਤੇ ਇਹ ਸਰ ਜ਼ਰੂਰੀ ਮੰਗ ਰੱਖਿਓ, ਇਹ ਦੋ ਮੰਗਾਂ ਜ਼ਰੂਰੀ, ਇਹ ਗਰਾਊਂਡ ਦੀ ਤੇ ਪਾਰਕ ਦੀ। ਇਹ ਜੀ ਬੜੀ ਜਿਹੜੀ ਰੱਖੀਆਂ ਮੰਗਾਂ ਵੀ ਸਭ ਤੋਂ ਵੱਡੀ ਸਮੱਸਿਆ ਇਹ ਇੱਕ ਸਾਡਾ ਗੁਰਦੁਆਰਾ ਸਾਹਿਬ ਜਿਹੜਾ ਹਾਂਜੀ। ਉਹਦੀ ਸੀਵਰੇਜ ਦੀ ਸਮੱਸਿਆ ਬੜੀ। ਅੱਛਾ, ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਕਿੰਨਾ ਪਾਣੀ ਦੇਖੋ ਸੰਗਤ ਹੁੰਦੀ ਆ, ਸਮੱਸਿਆ ਲੱਗਦੀ ਆ, ਉਹ ਪਾਣੀ ਜਿੰਨਾ ਵੀ ਹੈ ਸਾਰਾ ਜ਼ਮੀਨ ਦੇ ਉੱਤੇ ਗੁਰਦੁਆਰੇ ਜ਼ਮੀਨ 'ਚ ਪੈਂਦਾ ਹੈ, ਤੇ ਉਹ ਸੱਡ ਬਹੁਤ ਲੱਗਦਾ ਵੀ ਉਹ ਪ੍ਰਕਾਸ਼ ਸਿੰਘ ਬਾਦਲ ਜੀ ਆਇਆ ਜੀ ਤੇ ਤੇ ਲਾਲ ਕਿਲ੍ਹਾ ਲਾਲ ਸਿੰਘ ਨਹੀਂ ਸੰਗਤ ਸਿੰਘ ਸਾਡੇ ਇੱਥੇ ਗੁਰਦੁਆਰਾ ਸਾਹਿਬ ਤੁਹਾਡੇ ਗੁਰਦੁਆਰਾ ਸਾਹਿਬ। ਤੇ ਮੈਂ ਉਹ ਬੇਨਤੀ ਕੀਤੀ ਕਿ ਮੈਂ ਕਿਹਾ ਜੀ ਸੀਵਰੇਜ ਦੀ ਸਮੱਸਿਆ ਬੜੀ ਹੈ। ਉਹਨਾਂ ਦੇ ਮੌਕੇ 'ਤੇ ਉਹਨੂੰ ਆਪਣਾ ਜਿਹੜੇ ਸਰਪੰਚ ਸਾਹਿਬ ਦੇ ਨਾਲ ਉਹਨਾਂ ਨੂੰ ਕਹਿ ਕੇ ਐਸਟੀਮੇਟ ਲਵਾ ਕੇ ਜੀ ਸਾਹਿਬ ਦੇ ਨਾਲ ਉਹਨਾਂ ਨੇ ਮੈਨੂੰ ਦੇ ਦਿੱਤੀ, ਉਹ ਮੈਂ ਸਾਰਾ ਪਵਾ ਦਿੱਤਾ ਸੀ ਸਾਡੇ ਇੱਥੇ ਨਾ ਉਹ। ਅੱਛਾ, ਇਹ ਸਰ ਤੁਸੀਂ ਆਪਣੀ ਸਰਪੰਚੀ 'ਚ ਕਰਵਾਇਆ? ਵੈਰੀ ਗੁੱਡ ਸਰ। ਇਹਦਾ ਮਤਲਬ ਆ ਕਿ ਮੇਨ ਜਿਹੜੇ ਕੰਮ ਨੇ ਇਹ ਸਾਰੇ ਤੁਸੀਂ ਆਪਣੀ ਸਰਪੰਚੀ ਦੇ ਦੌਰਾਨ ਹੀ ਕਰਵਾਏ। ਜਿੱਦਾਂ ਕਿ ਪਿੰਡ ਦੇ ਵਿੱਚ ਸੀਵਰੇਜ ਕਰਵਾਏ, ਘਰ ਘਰ ਫਲੈਸ਼ਾਂ ਬਣਵਾਈਆਂ, ਤੇ ਇਹ ਆਪਣੇ ਗੁਰਦੁਆਰਾ ਸਾਹਿਬ ਸੀਵਰੇਜ ਕਰਵਾਇਆ ਜਿਹੜਾ ਉਹ ਵੀ ਤੁਸੀਂ ਕਰਵਾਇਆ, ਤੇ ਫਿਰ ਆਪਣੀਆਂ ਸਰ ਪੈਨਸ਼ਨਾਂ ਵੀ ਜਿਹੜੀਆਂ ਲੱਗਣ ਜੋ ਵੀ ਉਹ ਲਵਾਈਆਂ ਸੀ, ਤੇ ਆਪਣੇ ਰਾਸ਼ਨ ਕਾਰਡ ਵੀ ਸਾਰਿਆਂ ਨੂੰ ਰਾਸ਼ਨ ਮਿਲਦਾ ਜੀ। ਮਿਲਦਾ ਜੀ? ਹਾਲੇ ਵੀ ਮਿਲ ਰਿਹਾ? ਹੁਣ ਤੇ ਰੌਲਾ ਹੀ ਕੱਟੇ ਵੀ ਗਏ ਹੋਣੇ ਮੇਰੇ ਖਿਆਲ ਕਾਲੀਆਂ ਦੇ ਕਈ ਆਉਂਦੇ ਵੀ ਆਉਂਦਾ ਵੀ ਆ ਤੇ ਰਾਸ਼ਨ ਪਹੁੰਚਦਾ ਹੀ ਨਹੀਂ ਗਾ। ਪਹੁੰਚਦਾ ਹੀ ਨਹੀਂ? ਪਹੁੰਚਦਾ ਹੀ ਨਹੀਂ ਗਾ, ਇੱਦਾਂ ਹੀ ਆ ਬਸ ਜੀ ਜਿਹਨੂੰ ਪੁੱਛੋ ਰਾਸ਼ਨ ਜਿਹੜੇ ਲੈਂਦੇ ਜੀ। ਜਦੋਂ ਮੈਂ ਤਾਂ ਰਾਸ਼ਨ ਦੇ ਬੰਦ ਇਹ ਮੇਨ ਜਿਹੜੀ ਕਿ ਮੁੱਦੇ ਦੀ ਜਿਹੜਾ ਕਿ ਅਸੀਂ ਸਰਵੇ ਚੱਲ ਰਿਹਾ ਹੈ ਕਿ 2022 ਦੀ ਇਲੈਕਸ਼ਨ ਆ ਰਹੀ ਹੈ, ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਕਤ ਨੁਮਾਇੰਦੇ ਜੇ ਸ਼੍ਰੋਮਣੀ ਅਕਾਲੀ ਦਲ ਦੇ, ਤੇ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਆਪਣੇ ਪਿੰਡ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਕੁ ਵੋਟ ਜਿਹੜੀ ਹੈ ਉਹ ਪਵਾ ਦਿਓਗੇ ਕਿ ਜਿਹਦੇ ਨਾਲ ਤੁਹਾਡਾ ਬੂਥ ਹੈ ਉਹ ਕਿੰਨੀ ਕੁ ਵੋਟ 'ਤੇ ਜਿੱਤੇਗਾ ਅਕਾਲੀ ਦਲ? ਦੇਖੋ ਜੀ ਮੈਂ ਸਮਝਦਾ ਕਿ ਆਪਾਂ ਜਿਹੜਾ ਜਿਹੜਾ ਕਰਵਾਇਆ ਵਿਕਾਸ ਕਰਵਾਇਆ ਹਾਂਜੀ, ਦੇਖੋ ਘਰ ਘਰ ਪ੍ਰਸ਼ਨ ਪਹੁੰਚ ਦਿੱਤੀ ਬਿਲਕੁਲ 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 ਬਿਲਕੁਲ। ਫਿਰ ਸਾਰੇ ਪਿੰਡ ਦੇ ਆਪਾਂ ਸੀਵਰੇਜ ਪਾ ਕੇ ਤੇ ਕੋਈ ਵੀ ਅਹਿਮ ਕੰਮ ਨਹੀਂ ਹੈਗਾ ਜੀ। ਤਾਂ ਆਪਾਂ ਡੇਰਿਆਂ ਤੱਕ ਇੱਥੋਂ ਕੋਈ ਉੱਧਰੋਂ ਪੱਕੇ ਆਏ ਕਰਵਾਤੇ, ਪੱਕੇ ਇੰਟਰਲੋਕ ਤੇ ਲਵਾ ਕੇ ਤਾਂ ਜੋ ਕੱਚੇ ਹੀ ਕੱਚੇ ਸੀ। ਸਾਰੀਆਂ ਪੱਕੀਆਂ ਹਾਂਜੀ ਹਾਂਜੀ ਸੜਕਾਂ ਤੇ ਹਰ ਇੱਕ ਦਾ ਕੰਮ ਪੱਕਾ ਕਰਵਾਇਆ। ਹਾਂਜੀ, ਤੇ ਆਪਾਂ ਕਹਿੰਦੇ ਵੀ ਰਹੀਦਾ ਉਹਨਾਂ ਨੂੰ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਨੂੰ ਦੇਣਾ ਚਾਹੀਦਾ। ਬਿਲਕੁਲ ਬਿਲਕੁਲ ਸਹੀ ਗੱਲ ਸਰ, ਐਸੀ ਗੱਲ ਨਹੀਂ, ਤੁਹਾਡਾ ਸਾਥ ਦੇਣਗੇ ਜੀ। ਮੈਨੂੰ ਪੈਸਾ ਦਵਾ ਗਿਆ ਠੀਕ, ਕਈ ਵਿਚਾਰੇ ਨਹੀਂ ਜਾਂਦੇ ਕਿਰਾਇਆ ਹਾਂਜੀ, ਨਹੀਂ ਹੈਗਾ, ਕਈਆਂ ਨੂੰ ਪਤਾ ਹੀ ਨਹੀਂ ਲੱਗਦਾ। ਪਤਾ ਹੀ ਨਹੀਂ ਇੱਥੇ ਆਫਿਸਾਂ ਦੇ ਵਿੱਚ ਕੋਈ ਨਹੀਂ ਪਤਾ ਲੱਗਦਾ ਕਿ ਕਿਹੜੇ ਅਫਸਰ ਨੂੰ ਆਪਾਂ ਕਿਹੜੇ ਅਫਸਰ ਨੂੰ ਕਿਹੜੇ ਦਫ਼ਤਰ ਜਾਣਾ। ਮਿਲੇਗਾ। ਤੇ ਉਹ ਮੈਂ ਆਪ ਗੱਡੀ ਆਪਣੀ ਖੜ ਕਰਕੇ ਸਾਰਾ ਜਿਹਨਾਂ ਨੂੰ ਪੈਨਸ਼ਨ ਨਹੀਂ ਲੱਗੀ ਉਹਨਾਂ ਦੀ ਲਵਾ ਕੇ ਠੀਕ ਹੈ, ਬਾਕੀ ਭਲਾ ਹੀ ਕੀਤਾ ਆਪਾਂ ਤੇ ਭਲਾ ਹੀ ਆਪਣੇ ਵੱਲੋਂ ਕੀਤਾ। ਤੇ ਆਸ ਤੇ ਬੜੀ ਹੈ ਵੀ ਆਪਣਾ ਚਾਹੀਦਾ ਲੋਕਾਂ ਨੂੰ ਸਾਥ ਦੇਣਾ। ਠੀਕ, ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਆ ਕਿ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚੋਂ ਤੁਹਾਡੇ ਕੰਮ ਦੇ ਆਧਾਰ 'ਤੇ ਤੁਹਾਨੂੰ ਵੋਟਾਂ ਜ਼ਰੂਰ ਪੈਣਗੀਆਂ। ਠੀਕ ਹੈ, ਆਸ ਕਰੀ ਹਾਂ। ਤੇ ਅੱਛਾ ਸਰ, ਉਸ ਤੋਂ ਬਾਅਦ ਫਿਰ ਐਮਐਲਏ ਦੀ ਇਲੈਕਸ਼ਨ ਤੋਂ ਬਾਅਦ ਸਾਲ ਡੇਢ ਸਾਲ ਬਾਅਦ ਸਰਪੰਚੀ ਦੀ ਇਲੈਕਸ਼ਨ ਆ ਜਾਂਦੀ, ਹਾਂਜੀ। ਤੇ ਉਹਦੇ ਵਾਸਤੇ ਆਪਣੀ ਕੀ ਤਿਆਰੀ? ਤਿਆਰੀ ਵੇਖੋ ਉਹ ਤੇ ਪਿੰਡ ਦੀ ਸਹਿਮਤੀ ਦੇ ਨਾਲ ਭਰਾਵਾਂ ਦੇ ਨਾਲ ਪਿੰਡ ਤੁਹਾਡਾ ਸਰ ਪੂਰਾ ਤੁਹਾਡੀ ਨਾਲ ਤਿਆਰੀ ਕਰਿਓ ਵਧੀਆ ਕਿ ਤਰੀਕੇ ਜਿਹੜਾ ਤੁਹਾਡਾ ਅੱਗੇ ਵਰਗੂ ਉਹ ਨਾ ਸਿਸਟਮ ਹੋਵੇ। ਤੇ ਜੇ ਤੁਹਾਨੂੰ ਲੱਗੇ ਤੇ ਬਾਈ ਦੇ ਹੋ ਸਕਦਾ ਤੁਸੀਂ ਸਾਨੂੰ ਸੱਦ ਲਿਓ, ਠੀਕ ਹੈ, ਸਾਨੂੰ ਫੋਨ ਕਰ ਦਿਓ
ਕਿ ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਕੱਢਿਆ ਤੇ ਅਸੀਂ ਆਪਣੇ ਚੈਨਲ ਵੱਲੋਂ ਤੇ ਆਪਣੇ ਵੱਲੋਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਕੋਠੀਆਂ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਾਬਕਾ ਸਰਪੰਚ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸਰਪੰਚ ਰਹਿ ਚੁੱਕੇ ਨੇ, ਤੇ ਉਹਨਾਂ ਦੇ ਅਸੀਂ ਨਾਲ ਇਸ ਵਕਤ ਗੱਲਬਾਤ ਕੀਤੀ ਤੇ ਉਹ ਉੱਦਾਂ ਹੀ ਹਾਲੇ ਉੱਦਾਂ ਹੀ ਪਈ ਹੈ। ਕੋਈ ਇਹ ਨਹੀਂ ਕਿ ਉਹਦਾ ਕੰਮ ਹੋਇਆ ਹੋਵੇ, ਤੇ ਕਿਸੇ ਨੇ ਵੀ ਉਹਦਾ ਕੰਮ ਨਹੀਂ ਕਰਵਾਇਆ, ਚਾਹੇ ਕਾਂਗਰਸ ਦੇ ਸਰਪੰਚ ਨੇ, ਤੇ ਇੱਥੇ ਫਿਰ ਵੀ ਕੋਈ ਉਹਦੇ ਵੱਲ ਧਿਆਨ ਨਹੀਂ ਦੇ ਰਿਹਾ। ਤੇ ਪਿੰਡ ਦੇ ਜਿੰਨੇ ਵਧੀਆ ਸਾਰੇ ਕੰਮ ਨੇ ਉਹ ਸਾਰੇ ਸਰਪੰਚ ਸਾਹਿਬ ਨੇ ਹਰਪਾਲ ਸਿੰਘ ਜੀ ਨੇ ਕਰਵਾਤੇ ਨੇ, ਤੇ ਬਾਕੀ ਗਲੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਨੇ ਸਾਰੀਆਂ ਬਣਵਾਈਆਂ, ਡੇਰਿਆਂ ਦੀਆਂ ਗਲੀਆਂ ਵੀ ਇਹਨਾਂ ਨੇ ਸਾਰੀਆਂ ਪੱਕੀਆਂ ਕਰਾਈਆਂ। ਤੇ ਸਭ ਤੋਂ ਵੱਡੀ ਗੱਲ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਸੀਵਰੇਜ ਹੈ ਉਹ ਇਹਨਾਂ ਨੇ ਗੁਰਦੁਆਰਾ ਸਾਹਿਬ ਸੀਵਰੇਜ ਪਵਾ ਕੇ ਤੇ ਉਹ ਬਾਹਰ ਛੱਪੜ 'ਚ ਆਪਣੇ ਡਰੇਨ ਦੇ ਵਿੱਚ ਪਾਇਆ। ਉਹ ਬੜੀ ਵੱਡੀ ਗੱਲ, ਸਭ ਤੋਂ ਵੱਡੀ ਗੱਲ ਉਹ ਹੈ ਕਿ ਉੱਥੇ ਲਾਗੇ ਨਹੀਂ ਤੇ ਪਾਣੀ ਪੈਂਦਾ ਸੀ ਸਾਰਾ ਜਿਹੜਾ, ਤੇ ਉਹਦੀ ਫਿਰ ਸਮੈਲ ਆਉਂਦੀ ਸੀ, ਜਿਹੜੀ ਵੀ ਸੰਗਤ ਆਉਂਦੀ ਸੀ, ਤੇ ਉਹ ਫਿਰ ਚੰਗਾ ਨਹੀਂ ਸੀ ਲੱਗਦਾ ਇੱਦਾਂ ਕਿ ਇੱਕ ਸਾਡੇ ਗੁਰੂਆਂ ਦੇ ਇੱਕ ਇਤਿਹਾਸਿਕ ਜਗ੍ਹਾ ਹੋਵੇ ਤੇ ਉੱਥੇ ਇੱਦਾਂ ਗੰਦੀ ਬਦਬੂ ਆਉਂਦੀ ਹੋਵੇ, ਤੇ ਇਹ ਬਹੁਤ ਮਾੜੀ ਗੱਲ ਸੀ। ਤੇ ਇਹ ਸਰਪੰਚ ਸਾਹਿਬ ਨੇ ਸੋਚਿਆ ਤੇ ਇਹਨਾਂ ਨੇ ਇਹ ਸਭ ਤੋਂ ਵੱਡਾ ਗੰਦ ਜਿਹੜਾ ਇਹ ਕੱਢਿਆ, ਤੇ ਇੱਕ ਪਿੰਡ ਦਾ ਜਿਹੜਾ ਗੰਦ ਇਹਨਾਂ ਸੀਵਰੇਜ ਪਾ ਕੇ ਕੱਢਿਆ, ਇਹ ਵੀ ਇਹਨਾਂ ਨੇ ਬਹੁਤ ਵਧੀਆ ਕੀਤਾ। ਛੱਪੜ ਵਿੱਚ ਇਹਨਾਂ ਨੇ ਆਪਣੇ ਸੀਵਰੇਜ ਪਾ ਕੇ ਤੇ ਪਾਣੀ ਨੂੰ ਛੱਪੜ ਵਿੱਚ ਛੱਡਿਆ, ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਇਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਪਹਿਲਾਂ ਹੀ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਇਹਨਾਂ ਦਾ। ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਕੈਮਰਾਮੈਨ ਅਮਰਜੋਤੀ ਦੇ ਨਾਲ, ਸਤਿ ਸ਼੍ਰੀ ਅਕਾਲ, ਧੰਨਵਾਦ ਫਿਰ।